ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆइए कथा विचार ਸਰਵਣ ਕਰੀਏ ਗਿਆਨੀ ਜਸਵਿੰਦਰ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਬੇਸੁਮਾਰ ਅਥਾ ਅਗਨਤ ਅਤੁਲੈ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕਰ ਊਚ ਭਗਵਾਨਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗਣ ਹਮਾਰ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰ ਜਿਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਪਰਮ ਸਨਮਾਨਯੋਗ ਗੁਰੂ ਰੂਪ ਗੁਰ ਖਾਲਸਾ ਜੀ ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਉਪਰੰਤ ਸੁਖਮਣੀ ਸਾਹਿਬ ਦੇ ਜਾਪ ਉਪਰੰਤ ਆਪ ਜੀ ਨੇ ਭਾਈ ਸਾਹਿਬ ਕੋਲੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਇਹ ਜੋ ਘੜੀਆਂ ਹਨ ਕੁਝ ਸਮੇਂ ਦੀਆਂ ਜੋ ਆਪਾਂ ਨੇ ਗੁਰੂ ਦਰਬਾਰ ਵਿੱਚ ਬਤੀਤ ਕੀਤੀਆਂ ਹਨ, ਇਹੀ ਘੜੀਆਂ ਸਾਡੀਆਂ ਸਫਲ ਕੀਤੀਆਂ ਜਾਣਗੀਆਂ। ਗੁਰੂ ਦਰਬਾਰ ਤੋਂ ਬਾਹਰ ਜੋ ਸਮਾਂ ਆਪਾਂ ਬਤੀਤ ਕਰਦੇ ਹਾਂ, ਕੋਈ ਵਿਰਲਾ ਹੀ ਐਸਾ ਗੁਰਮੁਖ ਪਿਆਰਾ ਹੋਏਗਾ ਜੋ ਸਿਮਰਨ ਆਪਣੀ ਜੋ ਸੁਰਤ ਹੈ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੋਵੇ, ਨਹੀਂ ਤੇ ਜੋੜਨੀ ਬੜੀ ਔਖੀ ਹੈ। ਕਈ ਐਸੇ ਮੈਂ ਗੁਰਮੁਖ ਪਰਿਵਾਰ ਦੇਖੇ ਨੇ ਜਿਨ੍ਹਾਂ ਦੀ ਬਚਪਨ ਤੋਂ ਜਵਾਨੀ ਆ ਗਈ, ਜਵਾਨੀ ਤੋਂ ਬੁਢੇਪਾ ਹੋ ਗਿਆ,
ਕਦੇ ਗੁਰੂ ਦਰਬਾਰ ਵਿੱਚ ਗਏ ਨਹੀਂ। ਇੱਕ ਨਹੀਂ ਲੱਖਾਂ ਮਿਲ ਜਾਣਗੇ। ਉਹਨਾਂ ਨੇ ਆਪਣਾ ਜੀਵਨ ਕੇਵਲ ਗੁਰੂ ਕੇ ਲੰਗਰ ਤੱਕ ਹੀ ਸੀਮਤ ਰੱਖਿਆ, ਗੁਰੂ ਦਰਬਾਰ ਵਿੱਚ ਕਦੀ ਆਏ ਨਹੀਂ। ਔਰ ਕਈ ਐਸੇ ਵੀ ਹੈ ਨੇ ਜਿਹੜੇ ਗੁਰੂ ਦਰਬਾਰ ਦੇ ਅੰਦਰ ਅਜੇ ਕਦਮ ਹੀ ਨਹੀਂ ਰੱਖਿਆ। ਬੁਢੇਪਾ ਆ ਗਿਆ, ਪੁੱਛਿਆ ਜਾਏ ਵੀ ਕਦੇ ਗੁਰੂ ਕੀ ਸੰਗਤ ਕੀਤੀ ਹੈ ਤੇ ਜਵਾਬ ਹੈ ਅਜੇ ਮੈਂ ਗਿਆ ਹੀ ਨਹੀਂ। ਕਿਉਂਕਿ ਟਾਈਮ ਹੀ ਨਹੀਂ ਲੱਗਾ। ਸਤਿਗੁਰ ਨੇ ਕਾਰੋਬਾਰ ਹੀ ਇਤਨੇ ਦੇ ਦਿੱਤੇ ਹਨ ਕਿ ਸਮਾਂ ਹੀ ਨਹੀਂ ਲੱਗਾ ਕਿ ਮੈਂ ਜਾ ਕੇ ਗੁਰੂ ਕੇ ਦਰਬਾਰ ਤੇ ਜਾ ਕੇ ਦਰਸ਼ਨ ਕਰਾਂ, ਸਤਿਗੁਰ ਦਾ ਸ਼ੁਕਰਾਨਾ ਕਰਾਂ। ਐਸੇ ਪਰਿਵਾਰ ਵੀ ਮਿਲ ਜਾਣਗੇ। ਇਹਨਾਂ ਦੇ ਵਿੱਚੋਂ ਸਨ ਜੋ ਪਿਛਲੇ ਦਿਨੀ ਆਪ ਜੀ ਨੇ YouTube ਤੇ ਦੇਖਿਆ ਹੋਵੇਗਾ, ਜਿਹੜਾ ਪਰਿਵਾਰ ਸੀ ਭਾਰਤਵਾਜ। ਸਤਿਗੁਰ ਦੀ ਕਿਰਪਾ ਦੇ ਨਾਲ ਕੰਮਕਾਰ ਬਹੁਤ ਹੈ, ਇਤਨਾ ਕਾਰੋਬਾਰ ਹੈ, ਨੌਕਰ ਚਾਕਰ ਹਨ, ਪਰ ਕਦੇ ਵੀ ਗੁਰੂ ਦਾ ਸ਼ੁਕਰਾਨਾ ਨਹੀਂ ਕੀਤਾ। ਉਹ ਕਹਿੰਦਾ ਮੈਂ ਆਪਣੇ ਘਰ ਕਦੇ ਵੀ ਭਜਨ ਕੀਰਤਨ ਲੱਗਣ ਹੀ ਨਹੀਂ ਦਿੱਤਾ, ਤੇ ਨਾ ਹੀ ਕਦੇ ਮੈਂ ਆਪਣੀ ਦੁਕਾਨ ਤੇ ਧੂਪ ਬੱਤੀ ਕੀਤੀ ਹੈ। ਬਸ ਦੁਕਾਨ ਖੋਲੀ, ਕਾਰੋਬਾਰ ਚ ਮਸਤ ਹੋ ਗਿਆ, ਕੰਮਕਾਰ ਹੀ ਇਤਨਾ ਹੈ। ਸਮਾਂ ਬਤੀਤ ਹੁੰਦਾ ਗਿਆ, ਕਦੀ ਮਨ ਵਿੱਚ ਖਿਆਲ ਵੀ ਨਹੀਂ ਆਇਆ ਕਿ ਮੈਂ ਗੁਰੂ ਕੇ ਦਰ ਤੇ ਜਾ ਕੇ ਸ਼ੁਕਰਾਨਾ ਕਰ ਲਾਂ, ਸਤਿਗੁਰ ਦਾਤਾ ਤੂੰ ਇਤਨਾ ਕੁਛ ਦਿੱਤਾ ਹੈ। ਸਮਾਂ ਬਤੀਤ ਹੁੰਦਾ ਗਿਆ, ਜਦੋਂ 40 ਤੋਂ ਉੱਪਰ ਉਮਰ ਹੋਈ, ਉਹਨਾਂ ਨੇ ਆਪ ਦਰਬਾਰ ਸਾਹਿਬ ਆ ਕੇ ਦੱਸਿਆ ਕਿ ਮੇਰੇ ਸਰੀਰ ਨੂੰ ਐਸਾ ਰੋਗ ਲੱਗ ਗਿਆ, ਐਸਾ ਰੋਗ ਲੱਗਾ, ਡਾਕਟਰਾਂ ਦੇ ਕੋਲ ਮੈਂ ਦਿਨ ਰਾਤ ਗਿਆ, ਲੱਖਾਂ ਕਰੋੜਾਂ ਰੁਪਈਆ ਵੀ ਮੈਂ ਦੇ ਚੁੱਕਾ ਹਾਂ, ਪਰ ਠੀਕ ਨਹੀਂ ਹੋਇਆ। ਡਾਕਟਰ ਕਹਿੰਦੇ ਨੇ ਲਾ ਇਲਾਜ ਹੈ, ਤੇਰਾ ਇਲਾਜ ਹੋ ਹੀ ਨਹੀਂ ਸਕਦਾ। ਸਮਾਂ ਬਤੀਤ ਹੁੰਦਾ ਗਿਆ, ਐਸਾ ਲਾ ਇਲਾਜ ਹੋਇਆ, ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਜਿਹੜਾ ਮਾੜਾ ਮੋਟਾ ਦੇਖਦਾ ਸੀ ਉਹ ਦੇਖਣਾ ਵੀ ਬੰਦ ਹੋ ਗਿਆ। ਅਮਰੀਕਾ ਤੱਕ ਉਸਨੇ ਇਲਾਜ ਕਰਾਇਆ ਹੈ, ਪਰ ਠੀਕ ਨਹੀਂ ਹੋਇਆ। ਇੱਕ ਦਿਨ ਕਹਿੰਦੇ ਨੇ ਮੈਂ ਜਿਸ ਹਸਪੀਟਲ ਵਿੱਚ ਪਿਆ ਸਾਂ, ਕੋਈ ਗੁਰਮੁਖ ਪਿਆਰਾ ਨਾਲ ਬੈੱਡ ਤੇ ਪਿਆ ਤੇ ਉਹਨੇ ਸੁਖਮਨੀ ਸਾਹਿਬ ਦਾ ਜਾਪ ਲਾ ਦਿੱਤਾ ਹੈ। ਸੁਖਮਨੀ ਸਾਹਿਬ ਦਾ ਜਾਪ ਮੈਂ ਜਿਸ ਤਰ੍ਹਾਂ ਹੀ ਸੁਣਨਾ ਆਰੰਭ ਕੀਤਾ ਤੇ ਮੇਰਾ ਜੋ ਤਨ ਦਾ ਰੋਗ ਸੀ, ਜੋ ਦਿਨ ਰਾਤ ਪੀੜਾ ਹੁੰਦੀ ਸੀ, ਇਹ ਕੱਟਣੀ ਸ਼ੁਰੂ ਹੋ ਗਈ। ਜਿਸ ਤਰ੍ਹਾਂ ਮੈਂ ਸੁਖਮਨੀ ਸਾਹਿਬ ਦਾ ਜਾਪ ਸੁਣਿਆ, ਮੇਰੀ ਪੀੜਾ ਘਟਦੀ ਗਈ, ਸਮਾਪਤੀ ਹੋ ਗਈ ਸੁਖਮਨੀ ਸਾਹਿਬ ਦੇ ਜਾਪ ਦੀ। ਮੈਂ ਉਸ ਨੂੰ ਪੁੱਛਿਆ ਵੀ ਇਹ ਤੂੰ ਜੋ ਪਾਠ ਲਾਇਆ ਇਹ ਕਿਹੜਾ ਪਾਠ ਹੈ? ਉਸਨੇ ਜਦੋਂ ਦੱਸਿਆ ਵੀ ਇਹ ਤੇ ਸੁਖਮਨੀ ਸਾਹਿਬ ਦਾ ਜਾਪ ਹੈ, ਤੇ ਮੈਂ ਹੈਰਾਨ ਹੋ ਗਿਆ। ਨਾ ਮੈਂ ਕਦੇ ਗੁਰਦੁਆਰੇ ਗਿਆ, ਨਾ ਮੈਂ ਕਦੇ ਪੂਜਾ ਪਾਠ ਕੀਤੀ। ਅੱਜ ਤਨ ਇਤਨਾ ਰੋਗੀ ਹੋ ਗਿਆ ਕਿ ਅੱਜ ਜਦੋਂ ਗੁਰਬਾਣੀ ਸੁਣੀ ਤੇ ਉਹ ਇਤਨੇ ਅਨਿਆਲੇ ਤੀਰ ਮਾਰੇ ਕਿ ਮੇਰੇ ਅੰਦਰੋਂ ਪੀੜਾ ਖਤਮ ਹੋਣੀ ਸ਼ੁਰੂ ਹੋ ਗਈ। ਫਿਰ ਪਰਿਵਾਰ ਨੂੰ ਕਿਹਾ ਕਿ ਮੈਨੂੰ ਇਸ ਹਸਪੀਟਲ ਵਿੱਚੋਂ ਲੈ ਕੇ ਦਰਬਾਰ ਸਾਹਿਬ ਮੈਨੂੰ ਜਾ ਕੇ ਛੱਡ ਦਿਓ। ਜਿਹਦੀ ਗੁਰਬਾਣੀ ਸੁਣਨ ਦੇ ਨਾਲ ਮੇਰੇ ਤਨ ਦੀ ਪੀੜਾ ਇਤਨੀ ਘਟ ਗਈ ਹੈ, ਜਦੋਂ ਮੈਂ ਲਗਾਤਾਰ ਦਰਬਾਰ ਸਾਹਿਬ ਜਾ ਕੇ ਹਾਜ਼ਰੀ ਭਰਾਂਗਾ ਤੇ ਮੇਰਾ ਜੋ ਸਰੀਰ ਹੈ ਇਹ ਅਰੋਗ ਹੋ ਜਾਏਗਾ, ਕਿਉਂਕਿ ਇਹਦਾ ਇਲਾਜ ਹੀ ਨਹੀਂ ਹੈ। ਸਰਬ ਰੋਗਾਂ ਔਖਦ ਨਾਮ, ਸਾਰੇ ਹੀ ਦੁੱਖਾਂ ਦਾ ਦਾਰੂ ਹੈ ਹਰੀ ਦਾ ਨਾਮ। ਪਰ ਜਦੋਂ ਵਿਸ਼ਵਾਸ ਹੋ ਜਾਏ, ਉਹਨੇ ਕਦੀ ਨਾ ਵਿਸ਼ਵਾਸ ਕੀਤਾ ਸੀ। ਜਦੋਂ ਪੀੜਾ ਪਈ, ਸਰੀਰ ਰੋਗੀ ਹੋ ਗਿਆ, ਉਸ ਸਮੇਂ ਉਹਨੂੰ ਯਾਦ ਆ ਗਿਆ ਵੀ ਮੈਂ ਕਦੀ ਵੀ ਦਰਬਾਰ ਵਿੱਚ ਨਹੀਂ ਗਿਆ। ਉਹਨੇ ਜਦੋਂ ਜਾ ਕੇ ਕਹਿੰਦੇ ਨੇ ਉੱਥੇ
ਸੁਖਮਨੀ ਸਾਹਿਬ ਉੱਪਰ ਦਰਬਾਰ ਦੇ ਅੰਦਰ ਜਿੱਥੇ ਅਖੰਡ ਪਾਠ ਸਾਹਿਬ ਰੱਖਦੇ ਨੇ, ਦਰਬਾਰ ਸਾਹਿਬ ਦਾ ਇੱਕ ਥੱਲੜਾ ਹਿੱਸਾ, ਇੱਕ ਉੱਪਰ ਹਿੱਸਾ ਜਿੱਥੇ ਅਖੰਡ ਪਾਠ ਸਾਹਿਬ ਬੁੱਕ ਕੀਤੇ ਜਾਂਦੇ ਨੇ। ਉਹਨਾਂ ਦੇ ਜਿਹੜੇ ਬਹੁਤ ਦੂਰੋਂ ਪਰਿਵਾਰ ਨੇ ਜੋ ਲੜੀਵਾਰ ਅਖੰਡ ਪਾਠ ਸਾਹਿਬ ਰਖਾਉਂਦੇ ਨੇ, ਉੱਥੇ ਅਖੰਡ ਪਾਠ ਸਾਹਿਬ ਕਹਿੰਦਾ ਮੈਂ ਬੁੱਕ ਕਰ ਛੱਡਿਆ ਤੇ ਉੱਥੇ ਹੀ ਮੈਂ ਲੇਟ ਗਿਆ। ਜਿਸ ਤਰ੍ਹਾਂ ਮੈਂ ਗੁਰਬਾਣੀ ਸੁਣਦਾ ਹਾਂ ਤੇ ਮੇਰਾ ਜੋ ਸਰੀਰ ਹੈ ਇਹ ਰੋਗ ਹੁੰਦਾ ਗਿਆ, ਆਰੋਗ ਹੋ ਗਿਆ। ਜਦੋਂ ਕਹਿੰਦੇ ਨੇ ਫਿਰ ਦੁਬਾਰਾ ਸੁਖਮਨੀ ਸਾਹਿਬ ਦੇ ਜਾਪ ਆਏ ਨੇ ਸ਼ਾਮਾਂ ਨੂੰ, ਕਹਿੰਦੇ ਨੇ ਉਸ ਸੁਖਮਨੀ ਸਾਹਿਬ ਦੇ ਜਾਪ ਨੇ ਤੇ ਮੇਰੇ ਕਹਿੰਦਾ ਰੌਂਗਟੇ ਕੜੇ ਕਰ ਦਿੱਤੇ, ਜਿਹੜਾ ਮੈਨੂੰ ਨਜ਼ਰ ਨਹੀਂ ਸੀ ਆਉਂਦਾ। ਸੁਖਮਨੀ ਸਾਹਿਬ ਦੇ ਜਾਪ ਆਏ ਤੇ ਕਹਿੰਦੇ ਨੇ ਐਸੀ ਇੱਕ ਰੋਸ਼ਨੀ ਉਸ ਦਰਬਾਰ ਦੇ ਅੰਦਰ ਝਲਕੀ ਹੈ, ਉਸ ਰੋਸ਼ਨੀ ਨੇ ਐਸੀ ਝਲਕ ਮੇਰੀ ਅੱਖਾਂ ਦੇ ਵਿੱਚ ਪਾਈ ਹੈ ਕਿ ਮੇਰੀ ਅੱਖਾਂ ਦੀ ਰੋਸ਼ਨੀ ਦੁਬਾਰਾ ਆ ਗਈ। ਜਦੋਂ ਠੀਕ ਹੋਇਆ, ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ, ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋਇਆ, ਜਥੇਦਾਰ ਕੋਲ ਜਾ ਕੇ ਕਹਿੰਦਾ ਆ ਮੇਰੇ ਸਰੀਰ ਦੀ ਘਟਨਾ ਹੈ, ਮੈਂ ਦਰਬਾਰ ਸਾਹਿਬ ਆਇਆ, ਕਦੀ ਮੈਂ ਗੁਰੂ ਨੂੰ ਮੰਨਿਆ ਨਹੀਂ, ਨਾ ਮੈਂ ਕਦੇ ਘਰ ਆਪਣੇ ਇੱਕ ਕੀਰਤਨ ਲਾਉਣ ਦਿੱਤਾ ਹੈ, ਨਾ ਪੂਜਾ ਪਾਠ ਹੋਣ ਦਿੱਤੀ ਹੈ, ਮੈਂ ਕੇਵਲ ਧਨ ਜੋੜਨ ਦੇ ਵਿੱਚ ਹੀ ਸੀਮਤ ਸਾਂ। ਉਸ ਪਰਮਾਤਮਾ ਨੇ ਐਸੀ ਸੱਟ ਮਾਰੀ, ਮੇਰੇ ਸਰੀਰ ਨੂੰ ਐਸਾ ਰੋਗ ਲਾ ਦਿੱਤਾ ਜਿਹਦਾ ਕੋਈ ਇਲਾਜ ਹੀ ਨਹੀਂ ਸੀ। ਅਚਾਨਕ ਹੀ ਮੈਂ ਸੁਖਮਨੀ ਸਾਹਿਬ ਦੇ ਜਾਪ ਸੁਣੇ ਤੇ ਤਨ ਦਾ ਰੋਗ ਘਟਣ ਲੱਗਾ। ਮੈਂ ਦਰਬਾਰ ਸਾਹਿਬ ਪੁੱਜਾ ਤੇ ਮੇਰਾ ਸੋ ਸਰੀਰ ਹੈ ਇਹ ਅਰੋਗ ਹੋ ਗਿਆ। ਐਸਾ ਚਮਤਕਾਰ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰੀ ਨਹੀਂ ਕਈ ਵਾਰੀ ਹੋਇਆ ਹੈ। ਉਹਨਾਂ ਨੇ ਫਿਰ ਸਾਰਾ ਹੀ ਜੋ ਪ੍ਰਕਰਨ ਸੀ ਜਥੇਦਾਰ ਸਾਹਿਬ ਨੇ YouTube ਤੇ ਪਾਇਆ। ਉਸ ਭਾਰਤਵਾਜ ਗੁਰਮੁਖ ਪਰਿਵਾਰ ਨੇ ਆਪਣੇ ਸਾਰੀ ਹੀ ਪੀੜਾ ਦੱਸੀ। ਜਿਹੜਾ ਵੀ ਸੁਣਦਾ ਸੀ ਦੰਗ ਰਹਿ ਜਾਂਦਾ ਸੀ। ਗੁਰਬਾਣੀ ਦੇ ਅੰਦਰ ਇਤਨੀ ਤਾਕਤ ਹੈ। ਜਿਨ੍ਹਾਂ ਨੇ ਮਨ ਕਰਕੇ ਗੁਰਬਾਣੀ ਸੁਣੀ ਹੈ, ਮਨ ਕਰਕੇ ਪੜ੍ਹੀ ਹੈ, ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਕਦੀ ਸਤਿਗੁਰ ਰੋਗ ਲੱਗਣ ਹੀ ਨਹੀਂ ਦਿੰਦੇ। ਇਹ ਰੋਗ ਸਾਨੂੰ ਤਾਂ ਲੱਗਦੇ ਨੇ ਜਦੋਂ ਅਸੀਂ ਸਤਿਗੁਰ ਤੋਂ ਦੂਰ ਹੋ ਜਾਂਦੇ ਹਾਂ। ਸਤਿਗੁਰ ਤੋਂ ਦੂਰ ਹੋਏ ਤੇ ਅੱਜ ਦਾ ਜੋ ਹੁਕਮਨਾਮਾ ਹੈ ਉਹਦੇ ਅੰਦਰ ਵੀ ਸਤਿਗੁਰ ਨੇ ਸਾਨੂੰ ਐਸਾ ਹੀ ਸਮਝਾਉਣਾ ਕੀਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਅੱਜ ਦਾ ਹੁਕਮਨਾਮਾ ਆਪਾਂ ਸਾਰੇ ਹੀ ਮਿਲ ਜੁਲ ਕੇ ਸਰਵਣ ਕਰਦੇ ਹਾਂ। ਸਤਿਗੁਰ ਜੀ ਉਹਦੇ ਅੰਦਰ ਸਾਨੂੰ ਕੀ ਸਮਝਾਉਂਦੇ ਨੇ, ਸਾਰੇ ਭਾਈ ਮਿਲ ਜੁਲ ਕੇ ਪੜ੍ਹਦੇ ਹਾਂ। ਧਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਇੱਥੇ ਹੁਣ ਸਤਿਗੁਰ ਜੀ ਨੇ ਸਮਝਾਉਣਾ ਕੀਤਾ। ਤਪਤ ਤੋਂ ਬਾਅਦ ਭਾਵ ਇਹ ਹੈ ਕਿ ਦਿਨ ਰਾਤ ਅਸੀਂ ਦੁਖੀ ਹੁੰਨੇ ਆ। ਸਤਿਗੁਰ ਦੀ ਸਿਫਤ ਸਲਾਹ ਦੀ ਬਾਣੀ ਵਿਸਰਿਆ ਜਿੰਦ ਮੁੜ ਮੁੜ ਦੁਖੀ ਹੁੰਦੀ ਹੈ। ਇੱਕ ਵਾਰੀ ਨਹੀਂ ਕਈ ਵਾਰ ਦੁਖੀ ਹੁੰਦੀ ਹੈ। ਤਪ ਤਪ ਖਪੈ ਬਹੁਤ ਬੇਕਾਰ। ਸਤਿਗੁਰ ਕਹਿੰਦੇ ਨੇ ਦੁਖੀ ਹੋ ਕੇ ਫਿਰ ਬਾਰ-ਬਾਰ ਇਹ ਮੁੜ-ਮੁੜ ਵਿਕਾਰਾਂ ਵਿੱਚ ਖੁਆਰ ਹੁੰਦੀ ਹੋਈ ਇਹ ਦੁਖੀ ਹੋ ਰਹੀ ਹੈ। ਇਤਨਾ ਦੁਖੀ ਹੋ ਜਾਂਦੀ ਹੈ, ਮੁੜ-ਮੁੜ ਕੇ ਦੁਖੀ ਹੋ ਕੇ ਸਤਿਗੁਰ ਕਹਿੰਦੇ ਨੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਤਰ੍ਹਾਂ ਇਸ ਸਰੀਰ ਵਿੱਚੋਂ ਭਾਵ ਉਸ ਮਨੁੱਖ ਨੇ ਪ੍ਰਭੂ ਦੀ ਬਾਣੀ ਨੂੰ ਸਿਫਤ ਸਲਾਹ ਨੂੰ ਭੁਲਾ ਦਿੱਤਾ ਹੈ, ਸਤਿਗੁਰ ਕਹਿੰਦੇ ਨੇ ਉਹਦਾ ਸਰੀਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਪੱਕਾ ਰੋਗੀ ਕੋੜਦਾ ਦਿਨ ਰਾਤ ਕੁਰਲਾਉਂਦਾ ਹੈ। ਦਿਨ ਰਾਤ ਹਾਏ ਹਾਏ ਕਰਕੇ ਜੀਵਨ ਬਤੀਤ ਕਰਦਾ ਹੈ। ਜਿਉ ਪੱਕਾ ਰੋਗੀ ਵਿਲ ਲਾਏ, ਵਿਲ ਲਾਉਂਦਾ ਹੈ, ਦਿਨ ਰਾਤ ਤੜਪਦਾ ਹੈ, ਤੜਪ ਤੜਪ ਕੇ ਕੁਰਲਾਉਂਦਾ ਹੈ ਤੇ ਉਹਦਾ ਕੋਈ ਇਲਾਜ ਨਹੀਂ ਹੁੰਦਾ। ਜਦੋਂ ਇਲਾਜ ਨਹੀਂ ਹੁੰਦਾ ਉਹ ਪੱਕਾ ਰੋਗੀ ਬੰਦਾ ਇਤਨਾ ਦੁਖੀ ਹੋ ਜਾਂਦਾ ਹੈ, ਆਪਣੇ ਜੀਵਨ ਤੋਂ ਅਰਦਾਸਾ ਕਰਦਾ ਹੈ, हे ਸਤਿਗੁਰ ਦਾਤਾ ਮੈਨੂੰ ਇਸ ਜੀਵਨ ਤੋਂ ਮੁਕਤ ਕਰ ਦੇ, ਮੈਨੂੰ ਇਹ ਜੀਵਨ ਨਹੀਂ ਚਾਹੀਦਾ। ਕਿਉਂਕਿ ਮੈਂ ਸੰਸਾਰ ਤੇ ਆ ਕੇ ਨਾ ਬਾਣੀ ਪੜ੍ਹੀ ਨਾ ਸੁਣੀ। ਇਹ ਜੀਵਨ ਦੇ ਅੰਦਰ ਸਰੀਰ ਨੂੰ ਐਸਾ ਰੋਗ ਲੱਗ ਗਿਆ ਕਿ ਮੇਰਾ ਸਰੀਰ ਸਾਰਾ ਹੀ ਰੋਗੀ ਹੋ ਗਿਆ।
ਉਹ ਸਦਾ ਹੀ ਵਿਲਕਲਾਉਂਦਾ ਹੈ, ਜਿਵੇਂ ਕੋੜ ਦਾ ਕੋਈ ਪੱਕਾ ਰੋਗੀ ਦਿਨ ਰਾਤ ਹਾਏ ਹਾਏ ਕਰਕੇ ਜੀਵਨ ਬਤੀਤ ਕਰਦਾ ਹੈ। ਅੱਗੇ ਸਮਝਾਇਆ ਹੈ, ਬਹੁਤਾ ਬੋਲਣ ਝੱਖਣ ਹੋਏ। ਇੱਥੇ ਹੁਣ ਸਤਿਗੁਰ ਨੇ ਸਮਝਾਉਣਾ ਕੀਤਾ ਹੈ, ਸਿਮਰਨ ਤੋਂ ਬਿਨਾ ਖਾਲੀ ਰਹਿਣ ਦੇ ਨਾਲ ਇਹ ਜੋ ਜੀਵਨ ਹੈ ਇਹ ਭਾਈ ਤਤ ਤੋਂ ਭਾਵੈ ਤੱਤਾ ਬੋਲਣਾ। ਬਹੁਤਾ ਬੋਲਣ ਝੱਖਣ ਹੋਏ, ਜਿਵੇਂ ਅਸੀਂ ਸਾਰਾ ਦਿਨ ਇੱਕ ਦੂਜੇ ਦੇ ਨਾਲ ਸਰੀਰ ਦੇ ਹੀ ਗਿਲੇ ਸ਼ਿਕਵੇ ਕਰਦੇ ਲੈਂਦੇ ਆ। ਝੱਖਣ ਤੋਂ ਭਾਵੈ ਝੱਖ ਮਾਰਨੀ, ਵਿਅਰਥ ਬੋਲਣਾ, ਵਿਅਰਥ ਦੀ ਬਕਵਾਸ ਕਰੀ ਜਾਣੀ। ਜਿਵੇਂ ਆਪਾਂ ਕਿਸੇ ਪ੍ਰਾਣੀ ਨੂੰ ਦੇਖਦੇ ਆ ਜਿਹੜਾ ਬਹੁਤਾ ਬੋਲਦਾ ਹੋਵੇ ਤੇ ਅਸੀਂ ਦੂਰੋਂ ਹੀ ਕਤਰਾ ਜਾਂਦੇ ਆ ਵੀ ਇਹਦੇ ਮੱਥੇ ਲੱਗ ਗਏ, ਇਹਨੇ ਪਤਾ ਨਹੀਂ ਕੀ ਕੁਝ ਗੱਲਾਂ ਸੁਣਾ ਦੇਣੀਆਂ ਨੇ, ਉਹਦੇ ਕੋਲੋਂ ਅਸੀਂ ਬਚ ਕੇ ਨਿਕਲ ਜਾਂਦੇ ਆ। ਇਸੇ ਤਰ੍ਹਾਂ ਸਤਿਗੁਰ ਸਮਝਾਉਂਦੇ ਨੇ, ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਬਹੁਤਾ ਬੋਲਣਾ ਉਹਨਾਂ ਦੇ ਕੋਲ ਹੀ ਹੁੰਦਾ ਜਿਹੜੇ ਸਿਮਰਨ ਤੋਂ ਖਾਲੀ ਭਾਂਡੇ ਨੇ। ਖਾਲੀ ਭਾਂਡੇ ਦੇ ਅੰਦਰ ਤੁਸੀਂ ਥੋੜੀ ਜਿਹੀ ਆਵਾਜ਼ ਮਾਰੋਗੇ, ਅੰਦਰੋਂ ਆਵਾਜ਼ ਗੂੰਜ ਗੂੰਜ ਕੇ ਆਏਗੀ। ਖੂਹ ਜੇ ਖਾਲੀ ਹੈ, ਉਹਦੇ ਅੰਦਰ ਪਾਣੀ ਨਹੀਂ ਹੈ, ਤੁਸੀਂ ਉੱਤੋਂ ਆਵਾਜ਼ ਮਾਰੋ, ਅੰਦਰੋਂ ਆਵਾਜ਼ ਗੂੰਜ ਗੂੰਜ ਕੇ ਬਾਹਰ ਆਏਗੀ, ਕਿਉਂਕਿ ਖਾਲੀ ਹੈ। ਜਿਹੜਾ ਭਾਂਡਾ ਖਾਲੀ ਹੋਏਗਾ ਉਹ ਸਾਰਾ ਦਿਨ ਹੀ ਬੋਲਦਾ ਰਹੇਗਾ। ਇੱਥੇ ਸਤਿਗੁਰ ਨੇ ਸਮਝਾਉਣਾ ਕੀਤਾ ਹੈ, ਵਿਣ ਬੋਲੇ ਜਾਣੈ ਸਭ ਸੋਏ। ਕਿਉਂਕਿ ਗੁਰੂ ਕੀ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾਂ ਹੀ ਸਾਡੇ ਰੋਗਾਂ ਦਾ ਸਾਰਾ ਕਾਰਨ ਜਾਣਦੇ ਹਨ, ਵੀ ਤੈਨੂੰ ਰੋਗ ਕਿਸ ਕਾਰਨ ਲੱਗਾ ਹੈ। ਕਈ ਬੰਦੇ ਕਹਿੰਦੇ ਨੇ ਮੈਂ ਆਪਣੇ ਸਾਰੇ ਹੀ ਜੀਵਨ ਦੇ ਅੰਦਰ ਇਤਨੀ ਕਸਰਤ ਕੀਤੀ ਹੈ, ਇਤਨਾ ਮੈਂ ਪਰਹੇਜ਼ ਰੱਖ ਕੇ ਸੰਸਾਰ ਤੇ ਵਿਚਰਿਆ ਹਾਂ, ਪਰ ਸਤਿਗੁਰ ਕਹਿੰਦੇ ਨੇ ਜਿਤਨਾ ਚਿਰ ਤੂੰ ਗੁਰੂ ਕੀ ਸੰਗਤ ਵਿੱਚ ਨਹੀਂ ਆਇਆ, ਤੇਰਾ ਮਨ ਵੀ ਰੋਗੀ ਹੈ ਤੇ ਤੇਰਾ ਤਨ ਵੀ ਰੋਗੀ ਹੈ। ਕਿਸੇ ਦਾ ਤਨ ਰੋਗੀ ਹੈ ਤੇ ਦਿਨ ਰਾਤ ਕਰਲਾਉਂਦਾ, ਕਿਸੇ ਦਾ ਮਨ ਰੋਗੀ ਹੈ। ਹੁਣ ਮਨ ਰੋਗੀ ਹੈ, ਕਿਸ ਤਰ੍ਹਾਂ ਪਤਾ ਚੱਲੇਗਾ? ਮਨ ਰੋਗੀ ਜਦੋਂ ਹੋ ਜਾਂਦਾ ਹੈ ਬੰਦੇ ਦਾ, ਉਹ ਦਿਨ ਰਾਤ ਸਾਰਿਆਂ ਦੇ ਅੱਗੇ ਬੋਲ ਬੋਲ ਕੇ ਆਪਣੇ ਦੁੱਖ ਦੱਸਦਾ ਰਹਿੰਦਾ ਹੈ, ਉਹ ਦੁਖੀ ਹੈ। ਮਨ ਰੋਗੀ ਹੈ ਤੇ ਸਾਰਾ ਦਿਨ ਬੋਲਦਾ ਰਹੇਗਾ, ਬੋਲ ਬੋਲ ਕੇ ਸਾਰਾ ਦਿਨ ਆਪਣਾ ਐਵੇਂ ਵਿਅਰਥ ਗਵਾ ਦੇਗਾ, ਕਿਉਂਕਿ ਮਨ ਦਾ ਉਹ ਰੋਗੀ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਤ। ਸਤਿਗੁਰ ਕਹਿੰਦੇ ਨੇ ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਿਸ ਨੇ ਕੰਨ ਦਿੱਤੇ ਹਨ, ਅੱਖਾਂ ਦਿੱਤੀਆਂ ਹਨ, ਨੱਕ ਦਿੱਤਾ ਹੈ। ਕੰਨ ਦਿੱਤੇ ਨੇ ਗੁਰਬਾਣੀ ਸੁਣ, ਪਰ ਆਪਾਂ ਸਾਰਾ ਦਿਨ ਕੰਨਾਂ ਦੇ ਨਾਲ ਕੀ ਕਰਨੇ ਆ? ਇਹਦੀ ਨਿੰਦਿਆ ਚੁਗਲੀ ਸੁਣ, ਉਹਦੀ ਨਿੰਦਿਆ ਚੁਗਲੀ ਸੁਣ। ਸਾਰਾ ਦਿਨ ਨਿੰਦਿਆ ਚੁਗਲੀ ਵਿੱਚ ਐਸਾ ਸਾਨੂੰ ਰਸ ਆਂਦਾ ਹੈ ਕਿ ਦਿਲ ਕਰਦਾ ਸਾਰਾ ਦਿਨ ਮੈਂ ਕਰਦਾ ਵੀ ਰਵਾਂ ਤੇ ਸੁਣਦਾ ਵੀ ਰਵਾਂ। ਇਹ ਕੰਨ ਦਿੱਤੇ ਸਨ ਗੁਰਬਾਣੀ ਸੁਣਨ ਦੇ ਵਾਸਤੇ, ਰਸਨਾ ਦਿੱਤੀ ਸੀ ਸਿਮਰਨ ਕਰਨ ਦੇ ਵਾਸਤੇ, ਪਰ ਰਸਨਾ ਤੇ ਹੋਰ ਪਾਸੇ ਲੱਗੀ ਹੋਈ ਹੈ। ਇਹ ਵੀ ਦਿਨ ਰਾਤ ਚੁਗਲੀ ਨਿੰਦਿਆ ਵਿੱਚ ਲੱਗੀ ਹੋਈ ਹੈ। ਕਿਸੇ ਦਾ ਸੁਭਾਅ ਬਣ ਜਾਂਦਾ ਹੈ। ਕਿਸੇ ਵੱਡੇ ਬੰਦੇ ਦੇ ਕੋਲ ਜਾ ਕੇ ਉਹ ਆਪਣੀਆਂ ਮਨ ਦੀਆਂ ਭੜਾਸ ਕੱਢ ਕੱਢ ਕੇ ਚੁਗਲੀਆਂ ਕਰਦਾ ਹੈ ਕਿ ਮੈਨੂੰ ਇਨਾਮ ਮਿਲੇਗਾ। ਸਤਿਗੁਰ ਕਹਿੰਦੇ ਨੇ ਇਨਾਮ ਨਹੀਂ ਮਿਲਦਾ। ਇਹ ਦਿਨ ਰਾਤ ਜਦੋਂ ਤੂੰ ਚੁਗਲੀਆਂ ਕਰੇਗਾ, ਤੇਰਾ ਸੁਭਾਅ ਪਤਾ ਲੱਗ ਜਾਏਗਾ ਤੇ ਸਾਰਿਆਂ ਨੂੰ ਪਤਾ ਲੱਗੇਗਾ ਤੂੰ ਗੁਰੂ ਤੋਂ ਬੇਮੁਖ ਹੈ, ਤੇਰਾ ਚੁਗਲੀ ਤੋਂ ਬਿਨਾ ਕੰਮ ਹੀ ਨਹੀਂ ਹੈ, ਤੈਨੂੰ ਕੋਈ ਮੱਥੇ ਵੀ ਨਹੀਂ ਲਾਏਗਾ। ਐਸਾ ਤੇਰਾ ਜੀਵਨ ਬਣ ਜਾਏਗਾ। ਆਪਣੀਆਂ ਦਿਨ ਰਾਤ ਤੂੰ ਚੁਗਲੀਆਂ ਕਰ ਕਰਕੇ ਲੋਕਾਂ ਨੂੰ ਦੁੱਖ ਦੇ ਦੇ ਕੇ ਇੱਕ ਦਿਨ ਤੇਰੇ ਕੋਲ ਹੀ ਐਸਾ ਦੁੱਖ ਆ ਜਾਏਗਾ ਕਿ ਤੂੰ ਉਸ ਸਮੇਂ ਕੁਰਲਾਏਂਗਾ ਕਿ ਮੈਂ ਕਰਦਾ ਕੀ ਰਿਹਾ। ਇਸ ਲਈ ਸਤਿਗੁਰ ਕਹਿੰਦੇ ਹਨ ਤੈਨੂੰ ਕੰਨ ਦਿੱਤੇ, ਜੇਬਾਂ ਦਿੱਤੀ, ਨੱਕ ਦਿੱਤਾ, ਫੇ ਤੂੰ ਗੁਰੂ ਕੀ ਸੰਗਤ ਵਿੱਚ ਆ ਕੇ ਨਾਮ ਜਪ, ਨਾਮ ਸੁਣ, ਪਰ ਤੂੰ ਨਹੀਂ ਕੀਤਾ। ਜਿਨ ਜੇਬਾਂ ਦਿੱਤੀ ਬੋਲੇ ਤਾਤ। ਸਤਿਗੁਰ ਕਹਿੰਦੇ ਨੇ ਜਿਸ ਨੇ ਇਹ ਸੁੰਦਰ ਜੇਬਾਂ ਦਿੱਤੀ ਹੈ,
ਛੇਤੀ ਛੇਤੀ ਬੋਲਦੀ ਹੈ। ਹੁਣ ਕਈਆਂ ਦੀ ਬੋਲੀ ਇਤਨੀ ਤੇਜ਼ ਹੈ, ਪਤਾ ਹੀ ਨਹੀਂ ਲੱਗਦਾ ਉਹ ਬੋਲਦੇ ਕੀ ਨੇ। ਉਹਨੂੰ ਦੁਬਾਰਾ ਪੁੱਛਣਾ ਪੈਂਦਾ ਵੀ ਦੱਸ ਤੂੰ ਬੋਲਿਆ ਕੀ ਹੈ। ਕਈ ਇਤਨੀ ਸਪੀਡ ਵਿੱਚ ਬੋਲਦੇ ਹਨ। ਤਾਂ ਤੋਂ ਭਾਵ ਤਿੱਖਾ ਵੀ ਬੋਲਣਾ ਹੈ। ਜਿਨ ਮਨ ਰਾਖਿਆ ਅਗਨੀ ਪਾਏ, ਜਿਨ੍ਹਾਂ ਨੇ ਸਾਡੇ ਸਰੀਰ ਵਿੱਚ ਨਿੱਘ ਪਾ ਕੇ ਜਿੰਦ ਸਰੀਰ ਵਿੱਚ ਟਿਕਾ ਦਿੱਤੀ ਹੈ। ਸਾਡੇ ਅੰਦਰ ਜੋ ਅਗਨ ਹੈ ਉਹ ਬਾਹਰਲੀਆਂ ਅਗਨਾਂ ਤੋਂ ਕਿਤੇ ਜ਼ਿਆਦਾ ਹੈ, ਜੋ ਮਾਤਾ ਦੀ ਜਠਰ ਅਗਨ ਹੈ। ਜਿੱਥੇ ਸਤਿਗੁਰ ਨੇ ਸਾਨੂੰ ਟਿਕਾ ਕੇ ਰੱਖਿਆ, ਕਿਸ ਤਰ੍ਹਾਂ ਸਿਮਰਨ ਦੇ ਕੇ। ਸਿਮਰਨ ਤੋਂ ਬਿਨਾਂ ਉੱਥੇ ਟਿਕਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ, ਨਹੀਂ ਟਿਕਿਆ ਜਾਣਾ। ਜਿਤਨਾ ਚਿਰ ਸਾਡੇ ਕੋਲ ਅੰਦਰ ਸਿਮਰਨ ਸੀ, ਅਸੀਂ ਟਿਕ ਕੇ ਸਿਮਰਨ ਦੇ ਵਿੱਚ ਸੁਰਤੀ ਜੋੜ ਕੇ ਟਿਕੇ ਰਹੇ। ਜਦੋਂ ਮਾਤਾ ਦੇ ਗਰਭ ਤੋਂ ਬਾਹਰ ਆਏ, ਬੰਦਾ ਰੋਂਦਾ ਹੈ। ਰੋਂਦਾ ਕਿਉਂ? ਕਿਉਂਕਿ ਸੁਰਤ ਟੁੱਟ ਗਈ ਹੈ। ਸੁਰਤ ਟੁੱਟੀ ਹੈ, ਸੰਸਾਰ ਦੇ ਨਾਲ ਮੋਹ ਜੁੜ ਗਿਆ, ਰੋਣਾ ਬੰਦ ਹੋ ਗਿਆ। ਜਦੋਂ ਕਿਸੇ ਨੇ ਗੁੜਤੀ ਦੇਤੀ, ਮੁਖ ਵਿੱਚ ਸ਼ਹਿਦ ਪਾ ਦਿੱਤਾ, ਉਹਨੂੰ ਸੰਸਾਰ ਦਾ ਸਵਾਦ ਲੱਗ ਗਿਆ, ਰੋਣਾ ਬੰਦ ਹੋ ਗਿਆ। ਜਿਤਨਾ ਚਿਰ ਮਾਤਾ ਦੇ ਗਰਭ ਦੇ ਅੰਦਰ ਸੀ ਉਹ ਚੁੱਪ ਸੀ, ਕੋਈ ਰੋਣਾ ਨਹੀਂ ਸੀ, ਕਿਉਂਕਿ ਸੁਰਤੀ ਜੁੜੀ ਹੋਈ ਸੀ। ਇਸ ਲਈ ਸਤਿਗੁਰ ਕਹਿੰਦੇ ਹਨ ਬਾਈ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੈ ਸਭ ਜਾਏ। ਜਿਸ ਦੀ ਕਲਾ ਨਾਲ ਸਰੀਰ ਵਿੱਚ ਸਵਾਸ ਚੱਲਦਾ ਹੈ। ਸਾਇੰਸਦਾਨਾਂ ਨੇ ਸਰੀਰ ਦਾ ਸਾਰਾ ਹੀ ਢਾਂਚਾ ਤਿਆਰ ਕਰ ਦਿੱਤਾ ਹੈ, ਹੂ ਬਹੂ ਬੰਦਾ ਬਣਾ ਦਿੱਤਾ, ਉਹਦੇ ਅੰਦਰ ਖੂਨ ਵੀ ਪਾ ਦਿੱਤਾ। ਪਰ ਜੋ ਦਿਲ ਦੀ ਧੜਕਣ ਸੀ, ਜੋ ਸਵਾਸ ਸਨ, ਇਹ ਨਹੀਂ ਪਾ ਸਕੇ। ਜੇ ਕਿਤੇ ਸਾਇੰਸਦਾਨ ਬੰਦਾ ਪੂਰਾ ਤਿਆਰ ਕਰ ਦਿੰਦੇ ਤੇ ਕੋਈ ਪਰਮਾਤਮਾ ਨੂੰ ਯਾਦ ਹੀ ਨਾ ਕਰਦਾ, ਕਿਉਂਕਿ ਸਾਇੰਸਦਾਨਾਂ ਨੇ ਸਾਰਾ ਕੁਝ ਬਣਾ ਦੇਣਾ ਸੀ, ਸਾਰਾ ਪੂਰਾ ਢਾਂਚਾ ਤਿਆਰ ਕਰ ਦਿੱਤਾ, ਪਰ ਉਹਦੇ ਦਿਲ ਦੀ ਜੋ ਧੜਕਣ ਹੈ, ਜੋ ਸਵਾਸ ਹਨ, ਇਹ ਨਹੀਂ ਚਲਾ ਸਕੇ। ਕਿਉਂਕਿ ਜੰਮਣ ਤੇ ਮਰਨਾ ਸਤਿਗੁਰ ਨੇ ਆਪਣੇ ਹੱਥ ਰੱਖਿਆ ਹੈ। ਜੇ ਕਿਤੇ ਬੰਦੇ ਦੇ ਹੱਥ ਹੁੰਦਾ, ਸੱਚ ਦਾਣਿਓ, ਬੰਦਾ ਜਿਹਨੂੰ ਮਰਜ਼ੀ ਦਿਲ ਕਰਦਾ ਮਾਰ ਦਿੰਦਾ, ਜਿਹਨੂੰ ਮਰਜ਼ੀ ਜਿਉਂਦਾ ਰਹਿੰਦਾ। ਬੰਦੇ ਨੇ ਤੇ ਫਿਰ ਆਪਣਾ ਇੱਕ ਵਿਹਾਰ ਬਣਾ ਲੈਣਾ ਸੀ। ਇਸ ਲਈ ਉਸ ਨੇ ਸਾਇੰਸਦਾਨਾਂ ਨੇ ਸਾਰਾ ਢਾਂਚਾ ਤੇ ਤਿਆਰ ਕੀਤਾ ਹੈ, ਪਰ ਸਵਾਸ ਨਹੀਂ ਚਲਾ ਸਕੇ। ਕਿਉਂ? ਸਵਾਸ ਪਰਮਾਤਮਾ ਦੇ ਹੱਥ ਨੇ। ਸਵਾਸ ਚਲਾ ਹੋ ਹੀ ਸਕਦਾ। ਮਨੁੱਖ ਹਰ ਥਾਂ ਕੁਝ ਦੂਰ ਜਾਂਦਾ ਹੈ, ਬੋਲ ਚਾਲ ਆਪਣੀ ਕਰਦਾ ਹੈ ਤੇ ਆਪਣੀ ਪਹਿਚਾਣ ਬਣਾਉਂਦਾ ਹੈ। ਹੁਣ ਕਈ ਉੱਚੇ ਕੁੱਲ ਵਾਲੇ ਹਨ, ਕੰਮ ਨੀਵੇਂ ਕਰ ਰਹੇ ਨੇ, ਉਹਦੀ ਪਹਿਚਾਣ ਉਸ ਢੰਗ ਨਾਲ ਬਣ ਜਾਂਦੀ ਹੈ। ਔਰ ਕਈ ਨੀਵੇਂ ਜਾਤਾਂ ਵਾਲੇ ਹਨ, ਇਤਨਾ ਉੱਚਾ ਕੰਮ ਕਰਦੇ ਹਨ, ਉਹਦੀ ਪਹਿਚਾਣ ਉੱਚਿਆਂ ਨਾਲ ਬਣ ਜਾਂਦੀ ਹੈ। ਇਸ ਦਰ ਤੇ ਕਿਸੇ ਵੀ ਗੱਲ ਦੀ ਜਾਤ ਪਾਤ ਦਾ ਪਿੰਨ ਪੇਤ ਨਹੀਂ ਹੈ। ਇੱਕ ਐਸਾ ਦਰ ਸਾਡੇ ਸਿੱਖ ਧਰਮ ਦੇ ਅੰਦਰ ਹੈ, ਨਹੀਂ ਤੇ ਜਾਤ ਪਾਤ ਹਰ ਪਾਸੇ ਮਸ਼ਹੂਰ ਹੈ। ਕਈ ਪਿੰਡਾਂ ਦੇ ਅੰਦਰ ਵੀ ਜਾਤ ਪਾਤ ਹੈ। ਇਹਨਾਂ ਜਾਤ ਪਾਤ ਤੋਂ ਉੱਤੇ ਉੱਠ ਕੇ ਆਪਾਂ ਨੇ ਗੁਰੂ ਕੀ ਸੰਗਤ ਕਰਨੀ ਹੈ। ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜਿਤਨਾ ਵੀ ਮਾਇਆ ਦਾ ਮੋਹ ਹੈ, ਦੁਨੀਆ ਦੀ ਪ੍ਰੀਤ ਹੈ, ਰਸਾਂ ਦੇ ਸਵਾਦ ਹਨ, ਸਤਿਗੁਰ ਕਹਿੰਦੇ ਹਨ, ਇਹ ਸਾਰੇ ਹੀ ਮਨ ਵਿੱਚ ਵਿਕਾਰ ਦੀ ਕਾਲਖ ਪੈਦਾ ਕਰਨ ਵਾਲੇ ਨੇ। ਕੋਈ ਵੀ ਸਵਾਦ ਸੰਸਾਰ ਦਾ ਰਸ ਲੈ ਲਓ ਤੁਸੀਂ, ਅੰਦਰ ਵਿਕਾਰ ਹੀ ਪੈਦਾ ਕਰੇਗਾ। ਜ਼ਿਆਦਾ ਕੁਝ ਖਾ ਲਓ, ਅੰਦਰ ਵਿਕਾਰ ਪੈਦਾ ਹੋਣਗੇ। ਇਸ ਲਈ ਇਹ ਵਿਕਾਰਾਂ ਤੋਂ ਜੇ ਬਚਣਾ ਹੈ ਤੇ ਸਤਿਗੁਰ ਕਹਿੰਦੇ ਨੇ, ਗੁਰੂ ਕੇ ਦਰ ਤੇ ਆ ਜਾ, ਸਭਾ ਕਾਲਖ ਦਾਗਾ ਦਾਗ। ਵਿਕਾਰਾਂ ਦੇ ਦਾਗ ਦੇ ਨਾਲ ਹੀ ਉਹ ਸੰਸਾਰ ਤੋਂ ਚਲੇ ਜਾਂਦਾ। ਇਤਨੇ ਦਾਗ ਸੰਸਾਰ ਤੋਂ ਲੈ ਕੇ ਚਲੇ ਜਾਂਦਾ। ਦਾਗ ਦੋਸ ਮੋ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਸਿਮਰਨ ਤੋਂ ਸੁੰਝਾ ਰਹਿ ਕੇ ਵਿਕਾਰਾਂ ਵਿੱਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ ਤੇ ਲੈ ਕੇ ਇਥੋਂ ਜਦੋਂ ਚੱਲ ਪੈਂਦਾ ਹੈ ਤੇ ਉਹਨੂੰ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਬੈਠਣ ਨੂੰ ਥਾਂ ਨਹੀਂ ਮਿਲਦੀ। ਕਿਉਂਕਿ ਉੱਥੇ ਉਹੀ ਬੈਠ ਸਕਦਾ ਜਿਹਨੇ ਸੰਸਾਰ ਤੇ ਸਿਮਰਨ ਕੀਤਾ ਹੈ, ਜਿਹਨੇ ਸੰਸਾਰ ਤੇ ਗੁਰੂ ਕੀ ਬਾਣੀ ਨੂੰ ਪਿਆਰ ਕੀਤਾ ਹੈ। ਸੱਚਖੰਡ ਵਿੱਚ ਉੱਥੇ ਉਹੀ ਬੈਠ ਸਕੇਗਾ, ਨਹੀਂ ਤੇ ਭਾਈ ਉੱਥੇ ਧਰਮਰਾਜ ਦੇ ਦਰਬਾਰ ਦੇ ਅੰਦਰ
ਉਹਨਾਂ ਨੂੰ ਚਪੇੜਾਂ ਪੈਂਦੀਆਂ ਨੇ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਭਜਨ ਬੰਦਗੀ ਨਹੀਂ ਕੀਤੀ। ਇਸ ਲਈ ਸਤਿਗੁਰ ਸਮਝਾਉਂਦੇ ਹਨ, ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਪਰ ਹੇ ਪ੍ਰਭੂ, ਜੀਵ ਦੇ ਵੀ ਕੀ ਵਸ ਹੈ, ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ। ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ, ਜਿਨ੍ਹਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਗੁਰੂ ਕੀ ਸੰਗਤ ਵਿੱਚ ਲਿਆ ਕੇ ਸਤਿਗੁਰ ਜੀ ਬਾਣੀ ਦੇ ਨਾਲ ਜੋੜਦੇ ਨੇ, ਉਹਨਾਂ ਨੂੰ ਬਾਣੀ ਸੁਣਾਉਂਦੇ ਵੀ ਨੇ ਤੇ ਉਹਨਾਂ ਨੂੰ ਇੱਕ ਰਸ ਬਿਠਾਈ ਵੀ ਰੱਖਦੇ ਨੇ। ਇਹ ਵੀ ਇੱਕ ਸਤਿਗੁਰ ਦੀ ਕਿਰਪਾ ਹੈ। ਜਿਤ ਲਗ ਤਰਨਾ ਹੋਰ ਨਹੀਂ ਥਾਓ, ਤੇਰੇ ਨਾਮ ਵਿੱਚ ਹੀ ਲੱਗ ਕੇ ਮੋਹ ਦੇ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਇਸ ਤੋਂ ਬਚਣਾ ਹੋਰ ਕੋਈ ਸਾਧਨ ਨਹੀਂ ਹੈ। ਜੇ ਕੋ ਡੋਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਸਤਿਗੁਰ ਕਹਿੰਦੇ ਨੇ, ਨਿਰਸਤਰਾ ਹੋ ਕੇ ਭਾਈ ਜੇ ਕੋਈ ਮਨੁੱਖ ਪ੍ਰਭੂ ਦੇ ਨਾਮ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਹੈ, ਉਹ ਪ੍ਰਭੂ ਇਤਨਾ ਦਿਆਲੂ ਹੈ, ਫਿਰ ਵੀ ਉਸ ਨੂੰ ਸੰਭਾਲ ਲੈਂਦਾ ਹੈ। ਜਦੋਂ ਵੀ ਉਹ ਦਰ ਤੇ ਆ ਜਾਂਦਾ, ਦਿਨ ਰਾਤ ਅਸੀਂ ਗਲਤੀਆਂ ਵੀ ਕਰਦੇ ਹਾਂ। ਜਦੋਂ ਗੁਰੂ ਦਰਬਾਰ ਵਿੱਚ ਆ ਕੇ ਅਰਦਾਸ ਬੇਨਤੀ ਕਰਦੇ ਹਾਂ, ਸਤਿਗੁਰੂ ਜੀ ਤੂੰ ਹੀ ਬਖਸ਼ਣਹਾਰ ਹੈ, ਮੈਂ ਤੇਰੇ ਦਰ ਆਇਆ, ਸਤਿਗੁਰ ਫਿਰ ਬਖਸ਼ ਲੈਂਦੇ ਨੇ। ਇਸ ਲਈ ਨਾਨਕ ਕਹਿੰਦੇ ਨੇ, ਸਦਾ ਤੇਰੇ ਰਹਿਣ ਵਾਲੇ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਕਿਸੇ ਨੂੰ ਵੀ ਵਿਕਾਰਾਂ ਵਿੱਚ ਰੱਖਣ ਵਾਲਾ ਨਹੀਂ ਹੈ। ਪਰ ਅਸੀਂ ਆਪਣੀਆਂ ਹੀ ਗਲਤੀਆਂ ਕਰਕੇ ਪ੍ਰਭੂ ਦਰਬਾਰ ਨੂੰ ਛੱਡ ਕੇ ਜਦੋਂ ਹੋਰਨਾਂ ਪਾਸੇ ਜਾ ਕੇ ਨੱਕ ਰਗੜਦੇ ਹਾਂ, ਉਦੋਂ ਹੀ ਸਾਨੂੰ ਦੁੱਖ ਚੰਬੜਦੇ ਨੇ। ਅਰਦਾਸ ਬੇਨਤੀ ਕਰੀਏ, ਸਤਿਗੁਰੂ ਜੀ ਕਿਰਪਾ ਕਰੋ, ਇਹ ਜੋ ਜੀਵਨ ਹੈ ਸਾਡਾ ਨਾਮ ਬਾਣੀ ਵਿੱਚ ਬਤੀਤ ਹੋਵੇ, ਵਿਕਾਰਾਂ ਤੋਂ ਬਚ ਕੇ ਇਹ ਜੋ ਤੁਸੀਂ ਰਸਨਾ ਦਿੱਤੀ ਹੈ, ਇਹਦੇ ਨਾਲ ਨਾਮ ਜਪ ਕੇ ਜੀਵਨ ਸਫਲ ਕਰੀਏ। ਇਹ ਅਰਦਾਸ ਆਪਾਂ ਨੇ ਸਾਰਿਆਂ ਨੇ ਭਾਈ ਮਿਲ ਜੁਲ ਕੇ ਕਰਨੀ ਹੈ। ਗਾਵਿਆ ਸੁਣਿਆ ਸਾਡਾ ਥਾਈ ਪੈ ਜਾਏ। ਦੋਨੋਂ ਟਾਈਮ ਸਮੇਂ ਸਿਰ ਆ ਕੇ ਜੁੜਿਆ ਕਰੋ, ਤਾਂ ਕਿ ਹਰ ਜਾ ਸਰਵਣ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਬੇਨਤੀ ਹੈ, ਆਪ ਜੀ ਗੁਰਮਤਿ ਚੈਨਲ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਫੇਸਬੁੱਕ ਪੇਜ ਔਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਕਮੈਂਟਸ ਕਰਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਵ ਦੇਖਣ ਲਈ ਜੁੜੇ ਰਹੋ। ਆਲ ਇੰਡੀਆ ਸਿੱਖ ਫੈਡਰੇਸ਼ਨ।